ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੁੰਜਾ ਸਿੱਖ ਫਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਹਫ਼ਤੇ ਦੇ ਵਿੱਚ ਜਿਹੜੇ ਵੀ ਕਾਰਜ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਸਮਾਗਮ ਕਰਵਾਏ ਗਏ। ਕਿੱਥੇ ਉਹ ਸਮਾਗਮ ਕਰਵਾਏ ਗਏ ਦੱਸਾਂਗੇ ਇਸ ਖਾਸ ਪੇਸ਼ਕਸ਼ ਦੇ ਵਿੱਚ, ਜਿਸ ਦਾ ਨਾਮ ਹੈ ਗੁੰਜਾ ਸਿੱਖ ਫਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਮਾਤਾ ਸੁੰਦਰੀ ਕਾਲਜ ਵਿਖੇ ਇੱਕ ਰਾਸ਼ਟਰੀ ਕਾਨਫਰੰਸ ਕਰਵਾਈ ਗਈ, ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਰਮਜੀਤ ਸਿੰਘ ਰੋਹਿਣੀ ਵੱਲੋਂ ਵੀ ਹਿੱਸਾ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ, ਫਿਲਾਸਫੀ ਤੇ ਵਿਰਾਸਤ ਤੇ ਇੱਕ ਰਾਸ਼ਟਰੀ ਕਾਨਫਰੰਸ ਹੋਈ ਹੈ। ਅੱਜ ਦੇ ਇਸ ਕਾਨਫਰੰਸ ਦੇ ਵਿੱਚ ਆਏ ਹੋਏ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਜਗਬੀਰ ਸਿੰਘ ਜੀ, ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਸਰਦਾਰ ਗੁਰਵਿੰਦਰ ਸਿੰਘ ਜੀ ਤਮੀਜਾ ਸਾਹਿਬ, ਡਿਪਟੀ ਚੇਅਰਮੈਨ ਹਰਿਆਣਾ ਪੰਜਾਬ ਸਾਹਿਤ ਅਕੈਡਮੀ ਪੰਚਕੂਲਾ, ਜਿਨ੍ਹਾਂ ਦੇ ਕੋਲੈਬੋਰੇਸ਼ਨ ਦੇ ਨਾਲ, ਸਹਿਯੋਗ ਦੇ ਨਾਲ ਅੱਜ ਦਾ ਇਹ ਸੈਮੀਨਾਰ, ਪ੍ਰਿੰਸੀਪਲ ਸਾਹਿਬਾਨ, ਆਏ ਹੋਏ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪਤਵੰਤੇ ਸੱਜਣ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਈਫ, ਫਿਲਾਸਫੀ ਐਂਡ ਲੀਗੇਸੀ ਦਾ ਜਿਹੜਾ ਕਾਨਫਰੰਸ ਰੱਖੀ ਹੈ। ਔਰ ਬਹੁਤ ਹੀ ਸਤਿਕਾਰਯੋਗ ਬੱਚਿਓ, ਅੱਜ ਤੁਸੀਂ ਜਿਹੜਾ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਰਹੇ ਹੋ, ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਜੂਕੇਸ਼ਨ ਦੇ ਚੇਅਰਮੈਨ ਸਰਦਾਰ ਵਿਕਰਮ ਸਿੰਘ ਜੀ ਰੋਹਿਣੀ ਵੀ ਅੱਜ ਹਿੱਸਾ ਪਾ ਰਹੇ ਨੇ ਇੱਥੇ। ਔਰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਮੈਂ ਵਧਾਈ ਦਿੰਦਾ ਪ੍ਰਿੰਸੀਪਲ ਮੈਡਮ ਨੂੰ ਕਿ ਜਿਹੜਾ ਉਪਰਾਲਾ ਉਹਨਾਂ ਨੇ ਕੀਤਾ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਜਿਸ ਤਰੀਕੇ ਦੇ ਨਾਲ ਪਿਛਲੇ 1 ਸਾਲ ਤੋਂ ਪੂਰਾ ਦੇਸ਼ ਮਨਾ ਰਿਹਾ, ਬਹੁਤ ਵੱਡੀ ਇਹ ਲੋੜ ਸੀ ਇਸ ਦੇ ਬਾਰੇ ਗੱਲ ਕਰਨ ਦੀ ਔਰ ਇਸ ਬਾਰੇ ਜਾਣੂ ਕਰਾਉਣ ਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਬਾਰੇ ਮੈਂ ਸਮਝਦਾ ਕਿ ਜਦ ਕੁਝ ਵਿਦਵਾਨ ਆਏ ਹੋਣ ਤੇ ਸਾਡੇ ਵਰਗਿਆਂ ਨੂੰ ਘੱਟ ਤੋਂ ਘੱਟ ਬੋਲਣਾ ਚਾਹੀਦਾ, ਪਰ ਮੈਂ ਸਮਝਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਜੀਵਨ ਰਿਹਾ ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਜਦ ਵੀ ਦੁਨੀਆ ਦੇ ਵਿੱਚ ਲੋੜ ਪਈ ਹੈ ਧਰਮਾਂ ਨੂੰ ਬਚਾਉਣ ਲਈ, ਧਰਮਾਂ ਦੀ ਰਾਖੀ ਕਰਨ ਲਈ, ਉਹਦੇ ਵਾਸਤੇ ਕੁਰਬਾਨੀਆਂ ਬਹੁਤ ਦੇਣੀਆਂ ਪੈਂਦੀਆਂ। ਔਰ ਇਹ ਕੁਰਬਾਨੀਆਂ ਸ਼ਹਾਦਤਾਂ ਦੇ ਰੂਪ ਦੇ ਵਿੱਚ ਸਾਡੇ ਗੁਰੂਆਂ ਨੇ ਦਿੱਤੀਆਂ। ਔਰ ਮੈਂ ਸਮਝਦਾ ਕਿ ਇਹ ਜਿਹੜਾ ਸਫ਼ਰ ਸ਼ਹਾਦਤ ਦਾ ਹੁੰਦਾ ਸ਼ੁਰੂ, ਇਹ ਇਬਾਦਤ ਤੋਂ ਸ਼ੁਰੂ ਹੁੰਦਾ। ਬਿਨਾਂ ਇਬਾਦਤ ਦੇ ਕਦੀ ਸ਼ਹਾਦਤ ਮੁਮਕਿਨ ਹੀ ਨਹੀਂ ਹੋ ਸਕਦੀ। ਜਿਸ ਬੰਦੇ ਦੇ ਵਿੱਚ ਗੁਰੂ ਦਾ ਭੈ, ਗੁਰੂ ਦਾ ਡਰ ਨਾ ਹੋਵੇ, ਉਸ ਅਕਾਲ ਪੁਰਖ ਦਾ ਡਰ ਨਾ ਹੋਵੇ, ਉਹ ਕਦੀ ਸ਼ਹਾਦਤਾਂ ਵੀ ਨਹੀਂ ਦੇ ਸਕਦਾ। ਸੋ ਇਹ ਗੁਰਤੀ ਜਿਹੜੀ ਸਾਨੂੰ ਮਿਲੀ ਹੈ ਬਹੁਤ ਹੀ ਵਿਲੱਖਣ ਹੈ। ਔਰ ਸਾਨੂੰ ਖੁਸ਼ੀ ਹੈ ਕਿ ਇਹ ਦੁਨੀਆ ਦੇ ਵਿੱਚ ਸ਼ਾਇਦ ਕੋਈ ਦੂਸਰਾ ਧਰਮ ਨਜ਼ਰ ਨਹੀਂ ਆਉਂਦਾ ਜਿਹਨੂੰ ਇਹ ਗੁਰਤੀ ਮਿਲੀ ਹੋਵੇ। ਔਰ ਸਭ ਤੋਂ ਵੱਡੀ ਸਾਡੀ ਮੈਂ ਸਮਝਦਾ ਇਹਦੇ 'ਚ ਘਾਟ ਹੈ ਕਿ ਅਸੀਂ ਇਸ ਗੁਰਤੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕੇ। ਜਿਸ ਤਰੀਕੇ ਦੇ ਨਾਲ ਉਹਨੇ ਪ੍ਰੋਫੈਸਰ ਸਾਹਿਬ ਦੱਸ ਰਹੀ ਸੀ ਕਿ ਸਾਡਾ ਜਿਹੜਾ ਧਰਮ ਹੈ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰੀਏ, ਪ੍ਰਸਾਰ ਕਰੀਏ। ਔਰ ਜੋ ਸਾਨੂੰ ਧਰਮ ਗੁਰੂ ਮਹਾਰਾਜ ਦੇ ਕੇ ਗਏ ਹੈ, ਇਹ ਵੀ ਕੁਰਬਾਨੀਆਂ ਤੋਂ ਸ਼ੁਰੂ ਹੋਇਆ। ਜੇ ਮੈਂ ਖਾਲਸੇ ਪੰਥ ਦੀ ਨੀਂਹ ਦੀ ਗੱਲ ਕਰਾਂ ਤੇ ਗੁਰੂ ਮਹਾਰਾਜ ਨੇ ਸਿੰਘਾਂ ਦੇ ਸਿਰ ਮੰਗੇ ਔਰ ਇੱਕ ਐਗਜ਼ਾਮਪਲ ਕ੍ਰੀਏਟ ਕੀਤਾ ਪੂਰੀ ਦੁਨੀਆ ਦੇ ਵਿੱਚ ਕਿ ਜਿਹੜਾ ਮੇਰਾ ਖਾਲਸਾ ਹੈ ਉਹ ਹਮੇਸ਼ਾ ਤਤਪਰ ਹੈ ਕੁਰਬਾਨੀਆਂ ਦੇਣ ਵਾਸਤੇ। ਔਰ ਖਾਲਸੇ ਪੰਥ ਦੀ ਨੀਂਹ ਉਸ ਤਰੀਕੇ ਦੇ ਨਾਲ ਰੱਖੀ ਗਈ। ਮਗਰ ਅੱਜ ਜਿਹੜੀ ਲੋੜ ਪੈ ਰਹੀ ਹੈ, ਜਿਸ ਤਰੀਕੇ ਦੇ ਨਾਲ ਲਾਲਚ ਦੇ ਕੇ ਸਾਡੇ ਧਰਮ ਨੂੰ, ਸਾਡੇ ਕੌਮ ਨੂੰ ਕਨਵਰਟ ਕੀਤਾ ਜਾ ਰਿਹਾ ਅੱਜ ਦੂਜੇ ਧਰਮਾਂ ਦੇ ਵਿੱਚ, ਔਰ ਸਾਡੇ ਲੋਕ ਹੀ ਸਾਡੇ ਤੋਂ ਦੂਰ ਹੋਈ ਜਾ ਰਹੇ ਨੇ, ਉਹਦੀ ਇੱਕ ਬਹੁਤ ਵੱਡੀ ਲੋੜ ਹੈ ਅੱਜ ਸਾਨੂੰ ਉਹਦਾ ਗ੍ਰਾਸ ਰੂਟ ਕਾਜ਼ ਲੱਭਣ ਦੀ
ਕਿ ਇਹ ਕਿਉਂ ਹੋ ਰਿਹਾ। ਇਹੋ ਜਿਹਾ ਕੁਰਬਾਨੀਆਂ ਵਾਲਾ ਵਿਰਸਾ ਹੋਵੇ, ਇਹੋ ਜਿਹੀ ਸ਼ਹਾਦਤਾਂ ਦਿੱਤੀਆਂ ਹੁਣ ਸਾਡੇ ਗੁਰੂਆਂ ਨੇ, ਔਰ ਇਹੋ ਜਿਹਾ ਪ੍ਰਚਾਰ ਪ੍ਰਸਾਰ ਕੀਤਾ ਹੋਇਆ ਜਦ ਵਹਿਮਾਂ ਭਰਮਾਂ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਸਿੱਖੀ ਦੀ, ਔਰ ਉਸ ਲਿਗੇਸੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੇ ਵਧਾਇਆ। ਮੈਂ ਸਮਝਦਾ ਕਿ ਇਹ ਬੜੀ ਵੱਡੀ ਕਾਟ ਸਾਡੇ ਤੋਂ ਹੋਈ ਹੈ, ਸਾਡੇ ਬਜ਼ੁਰਗਾਂ ਤੋਂ ਹੋਈ ਹੈ, ਸਾਡੀ ਲੀਡਰਸ਼ਿਪ ਤੋਂ ਹੋਈ ਹੈ, ਔਰ ਸਾਡੇ ਕੋਈ ਨਾ ਕੋਈ ਇਹੋ ਜਿਹੇ ਪਰਸਨਲ ਏਜੰਡੇ ਰਹੇ ਆ ਜਿਹਦੇ ਕਰਕੇ ਇਹ ਬਹੁਤ ਵੱਡੀ ਪ੍ਰੋਬਲਮ ਰਹੀ ਹੈ, ਔਰ ਉਹਦੇ ਉੱਤੇ ਸਾਨੂੰ ਇਹ ਚਿੰਤਾ ਦਾ ਵਿਸ਼ੇ ਹੈ। ਔਰ ਮੈਂ ਸਮਝਦਾ ਕਿ ਅੱਜ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ, ਮੈਂ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬ ਨੂੰ ਇਹ ਗੱਲ ਐਡਰੈਸ ਕਰ ਰਿਹਾ ਕਿ ਜਿਸ ਮਾਤਾ ਦੇ ਨਾਮ ਦੇ ਉੱਤੇ ਅਸੀਂ ਕਾਲਜ ਚਲਾ ਰਹੇ ਹਾਂ, ਮਾਤਾ ਸੁੰਦਰ ਕੌਰ ਜੀ ਦੇ ਨਾਮ ਦੇ ਉੱਤੇ, ਜਿਨ੍ਹਾਂ ਨੇ ਐਸੀ ਸਥਾਨ ਤੇ ਕੌਮ ਦੀ 40 ਸਾਲ ਅਗਵਾਈ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਤੋਂ ਬਾਅਦ। 40 ਸਾਲ ਅਗਵਾਈ ਕਰਨ ਤੋਂ ਬਾਅਦ ਕੌਮ ਨੂੰ ਜਿਹੜੇ ਵੀ ਹੁਕਮਨਾਮੇ ਹੋਏ ਆ, ਜੋ ਵੀ ਫਰਮਾਨ ਹੋਇਆ, ਸਥਾਨ ਤੋਂ ਹੋਇਆ, ਔਰ ਅੱਜ ਤੁਸੀਂ ਇੱਥੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਸਮਝਦਾ ਕਿ ਤੁਹਾਡੇ ਹਰ ਕਾਲਜ ਦੇ ਹਰ ਬੱਚੇ ਨੂੰ ਅਸੀਂ ਅਗਰ ਆਪਣੀ ਗੁੜਤੀ ਦੇ ਦਈਏ ਕਿ ਆਪਣੇ ਗੁਰੂਆਂ ਦੇ ਬਾਰੇ, ਤੇ ਜੇ ਉਹਦਾ ਪ੍ਰਚਾਰ ਪ੍ਰਸਾਰ ਮੈਂ ਸਮਝਦਾ ਸਿਰਫ ਆਪਣੇ ਪਰਿਵਾਰਾਂ 'ਚ ਨਹੀਂ, ਆਪਣੀ ਬਰਾਦਰੀ 'ਚ ਨਹੀਂ, ਅਗਰ ਸਮਾਜ ਹੀ ਪੂਰਾ ਕਰਦੇ ਤੇ ਸ਼ਾਇਦ ਹੀ ਇਸ ਜਿਹੜੀ ਕਾਟ ਦੇ ਉੱਤੇ ਅਸੀਂ ਚੱਲ ਰਹੇ ਉਹਦੇ ਉੱਤੇ ਅਸੀਂ ਰੋਕ ਲਾ ਸਕੀਏ, ਔਰ ਸ਼ਾਇਦ ਹੀ ਸਾਡੇ ਅੱਗੋਂ ਪਰਿਵਾਰ ਕੋਈ ਕਨਵਰਜਨ ਵੱਲ ਸੋਚਣ ਦੀ। ਸੋ ਬਹੁਤ ਵੱਡੀ ਤੁਸੀਂ ਅੱਜ ਜਿਹੜੀ ਹੈ ਕਾਨਫਰੰਸ ਸ਼ੁਰੂ ਕੀਤੀ ਹੈ, ਬਹੁਤ ਵੱਡੇ ਵੱਡੇ ਵਿਦਵਾਨ ਤੁਸੀਂ ਇੱਥੇ ਬੁਲਾਏ ਨੇ, ਮੈਂ ਪੜ੍ਹ ਰਿਹਾ ਸਭ ਦੇ ਨਾਮ, ਔਰ ਇਹਦੀ ਬਹੁਤ ਵੱਡੀ ਲੋੜ ਸੀ। ਸੋ ਮੈਂ ਤੁਹਾਡਾ ਜਿੱਥੇ ਧੰਨਵਾਦ ਵੀ ਕਰਦਾ, ਔਰ ਸਾਰੇ ਆਏ ਹੋਏ ਪਤਵੰਤੇ ਸੱਜਣ ਦਾ ਧੰਨਵਾਦ ਕਰਦਾ ਕਿ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਏ ਜਾ ਰਹੇ ਹਰ ਇਹੋ ਜਿਹੇ ਧਾਰਮਿਕ ਕਾਰਜਾਂ ਦੇ ਵਿੱਚ ਆਪਣੀ ਸ਼ਮੂਲੀਅਤ ਪਾਉਂਦੇ ਹੋ। ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ। ਮੈਂ ਵਧਾਈ ਦਿੰਦਾ ਸਕੂਲ ਦੇ ਸਮੁੱਚੀ ਮੈਨੇਜਮੈਂਟ ਨੂੰ, ਸਕੂਲ ਦੇ ਸਟਾਫ, ਕਾਲਜ ਦੇ ਸਾਰੇ ਸਟਾਫ ਨੂੰ, ਜਿਹੜਾ A ਗ੍ਰੇਡ ਦੀ ਗੱਲ ਹੁਣੇ ਮੈਡਮ ਨੇ ਕੀਤੀ ਹੈ, ਔਰ ਇਹ ਸਾਡੀ ਤੁਹਾਡੀ ਆਪਣੀ ਮਿਹਨਤ ਦਾ ਸਦਕਾ ਹੈ, ਔਰ ਤੁਹਾਡੇ ਕਾਲਜ ਦੇ ਵਿੱਚ ਜਿਹੜਾ ਡਿਸਪਲਿਨ, ਔਰ ਖਾਸ ਤੌਰ ਤੇ ਮੈਂ ਕਹਾਂਗਾ ਕਿ ਜੋ ਦੂਰਦਰਸ਼ੀ ਰੱਖੇ ਤੁਸੀਂ ਕੰਮ ਕਰ ਰਹੇ ਉਹਦੇ ਕਰਕੇ ਹੋਇਆ। ਜਿਹੜੀ ਇੱਕ ਕਾਟ ਇਸ ਕਾਲਜ ਦੇ ਵਿੱਚ ਹੈਗੀ ਹੈ, ਜਿਹਦੇ ਬਾਰੇ ਮੈਡਮ ਹਮੇਸ਼ਾ ਚਿੰਤਤ ਰਹਿੰਦੇ ਨੇ, ਔਰ ਹੁਣੇ ਵੀ ਆਉਂਦੇ ਹੀ ਉਹਨਾਂ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਦੂਜਾ ਕਾਰਜ ਇਹ ਕੀਤਾ ਕਿ ਇੱਥੇ ਦੀ ਹੋਸਟਲ ਦੇ ਬਾਰੇ। ਸੋ ਇਹ ਵੀ ਅਸੀਂ ਤੁਹਾਨੂੰ ਸੁਨਿਸ਼ਚਿਤ ਕਰਾਉਂਦੇ ਹਾਂ ਕਿ ਜਿਹੜਾ ਵਾਅਦਾ ਮੈਂ ਪਿਛਲੇ ਜਿਸ ਦਿਨ ਅਸੀਂ ਕੰਪਿਊਟਰ ਲੈਬ ਖੋਲੀ ਸੀ ਉਹਦੇ ਲਈ ਕੀਤਾ, ਜਿਹੜੀ ਨਾਲ ਲੱਗਦੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ, ਅਸੀਂ ਤੁਹਾਨੂੰ ਆਲਰੇਡੀ ਅਲਾਟ ਕਰਤੀ ਗਈ ਹੈ, ਬਟ ਐਗਜ਼ੈਕਟਿਵ ਦੀ ਮੀਟਿੰਗ ਨਾ ਹੋਣ ਕਰਕੇ ਅਸੀਂ ਉਹਦੀ ਪਾਸ ਨਹੀਂ ਕਰ ਸਕੇ। ਦੈਟ ਵਿਲ ਬੀ ਡਨ ਇਨ ਦ ਨੈਕਸਟ ਕਮਿੰਗ ਵੀਕ, ਔਰ ਤੁਹਾਨੂੰ ਉਹਦੇ ਬਾਰੇ ਜੋ ਵੀ ਤੁਸੀਂ ਇਹਦੀ ਕਾਰਵਾਈ ਸ਼ੁਰੂ ਕਰਨੀ ਹੈ ਨਕਸ਼ਾ ਦੀ ਤੁਸੀਂ ਆਲਰੇਡੀ ਕਰ ਚੁੱਕੇ ਹੋ, ਉਹਨੂੰ ਵੀ ਚਲਾਓ ਤਾਂ ਕਿ ਅਸੀਂ ਇੱਥੇ ਗਰਲਸ ਹੋਸਟਲ ਵੀ ਬਣਾ ਸਕੀਏ। ਆਪਣੇ ਬੱਚਿਆਂ ਨੂੰ ਜਿਹੜੇ ਬਾਹਰੋਂ ਆ ਕੇ ਤਕਲੀਫਾਂ ਹੋ ਰਹੀਆਂ ਰਹਿੰਦੇ ਹੋਏ ਉਹ ਵੀ ਨਾ ਹੋ ਸਕਣ, ਔਰ ਇਸ ਕਾਲਜ ਨੂੰ ਅਸੀਂ A ਤੋਂ A+++ ਕਰਦੇ ਚਲੇ ਜਾਈਏ, ਕਿਉਂਕਿ ਗੁਰੂ ਮਾਤਾ ਜੀ ਦੇ ਨਾਮ ਦੇ ਉੱਤੇ ਕਾਲਜ ਹੈ। ਸੋ ਮੈਂ ਸਾਰਿਆਂ ਨੂੰ ਸਮਾਦਾਤਾ ਨਾਲ ਲੈਂਦੇ ਹੋਏ ਵਧਾਈ ਦਿੰਦਾ, ਧੰਨਵਾਦ ਕਰਦਾ, ਔਰ ਇਹ 2 ਦਿਨ ਦਾ ਜਿਹੜਾ ਤੁਸੀਂ ਕਾਨਫਰੰਸ ਰੱਖੀ ਹੈ ਉਹਦੇ ਵਿੱਚ ਆਏ ਹੋਏ ਸਾਰੇ ਪਤਵੰਤੇ ਸੱਜਣ, ਪ੍ਰੋਫੈਸਰ ਰਵਿੰਦਰ ਸਿੰਘ ਜੀ ਦਾ ਨਾਮ ਹੋ ਗਿਆ, ਡਾਕਟਰ ਹਰਭਜਨ ਸਿੰਘ ਜੀ ਬੈਠੇ हैं, बहुत ही ਸੂਝਵਾਨ ਔਰ ਹਮੇਸ਼ਾ ਸਾਨੂੰ ਦਿਸ਼ਾਵਾਂ ਦਿੰਦੇ ਆ। ਮੈਂ ਆਖਰੀ ਲੈਕਚਰ ਇਹਨਾਂ ਦਾ ਹਰਿਆਣਾ ਸੁਣਿਆ ਸੀ, ਹੈ ਨਾ, ਦਮਦਮੀ ਟਕਸਾਲ ਤੇ ਸੁਣਿਆ ਸੀ, ਜਿਸ ਵਕਤ ਅਸੀਂ 4 ਜੂਨ ਦੀ ਗੱਲ, 6 ਜੂਨ ਨੂੰ। ਸੋ ਬਹੁਤ ਹੀ ਜੋਸ਼ ਦੇ ਨਾਲ ਔਰ ਬੜਾ ਸੂਝਵਾਨ ਤਰੀਕੇ ਦੇ ਨਾਲ ਇਹ ਸੰਗਤਾਂ ਨੂੰ ਐਡਰੈਸ ਕਰਦੇ ਆ। ਸੋ ਆਏ ਹੋਏ ਸਾਰੇ ਪਤਵੰਤੇ ਸੱਜਣ ਦਾ ਮੈਂ ਇੱਕ ਵਾਰ ਤਹਿ ਦਿਲੋਂ ਧੰਨਵਾਦ ਕਰਦਾ। ਗੁੱਜਾ ਸਿੱਖ ਫਤਿਹ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਲਗਾਤਾਰ ਸਮਾਗਮ ਕਰਵਾਏ ਜਾ ਰਹੇ ਨੇ। ਬੀਤੇ ਹਫ਼ਤੇ ਦੀ ਗੱਲ ਕੀਤੀ ਜਾਵੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਲਿਖਾਰੀ ਨਾਨਕਾ ਲੜੀ ਦੇ ਤਹਿਤ ਇੱਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਦਿੱਲੀ ਦੇ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਗਿਆ, ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਵੱਲੋਂ ਵੀ ਹਾਜ਼ਰੀ ਲਵਾਈ ਗਈ।
ਚੌਥਾ ਸਮਾਗਮ ਸੀ ਜਿਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਇਆ। ਅੱਜ ਇਹ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੰਗਲ ਬਾਜ਼ਾਰ ਵਿਸ਼ਨੂਗੜ੍ਹ ਵਿਖੇ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ। ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਇਹ ਲਹਿਰ ਚਲਾਈ ਗਈ ਹੈ, ਇਹ ਸੰਗਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਜਿੱਥੇ ਬੀਬੀਆਂ, ਸਾਡੇ ਬਜ਼ੁਰਗ ਵੱਡੀ ਗਿਣਤੀ 'ਚ ਪਹੁੰਚ ਰਹੇ, ਉੱਥੇ ਨੌਜਵਾਨ ਵੀ ਇਸ ਪ੍ਰਚਾਰ ਦਾ, ਧਰਮ ਪ੍ਰਚਾਰ ਦੀ ਲਹਿਰ ਦਾ ਹਿੱਸਾ ਬਣ ਰਹੇ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਾਗਮ ਹੋ ਰਹੇ ਆ, ਧਰਮ ਪ੍ਰਚਾਰ ਹੋ ਰਿਹਾ, ਗੁਰੂ ਸਾਹਿਬ ਦਾ ਸੰਦੇਸ਼ ਘਰ ਘਰ ਦੇ ਵਿੱਚ ਪਹੁੰਚ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਾ ਅੱਗੇ ਪ੍ਰਚਾਰ ਕਰ ਰਹੀਆਂ। ਸਾਡੇ ਅੰਬੈਸਡਰ ਬਣ ਕੇ, ਸਿੱਖੀ ਦੇ ਅੰਬੈਸਡਰ ਬਣ ਕੇ ਪ੍ਰਚਾਰ ਕਰ ਰਹੇ ਆ। ਸੋ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਮੁਹਿੰਮ ਸ਼ੁਰੂ ਕੀਤੀ ਗਈ ਆ, ਇਸ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਜਿਹੜੀ ਉਹ ਮਿਲ ਰਹੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧੰਨ ਲਖਾਰੀ ਨਾਨਕਾ ਦੇ ਨਾਂ ਦੇ ਸਿਰਲੇਖ ਹੇਠ ਦਿੱਲੀ ਦੇ ਵਿੱਚ 36 ਪ੍ਰੋਗਰਾਮ ਲਿਖੇ ਗਏ ਨੇ, ਉਹਨਾਂ ਦੇ ਵਿੱਚੋਂ ਚੌਥਾ ਪ੍ਰੋਗਰਾਮ ਗੁਰੂ ਰਾਮਦਾਸ ਜੀ ਦੇ ਨਾਂ ਦੇ ਸਿਰਲੇਖ ਹੇਠ ਇਸ ਗੁਰਦੁਆਰਾ ਮੰਗਲ ਬਾਜ਼ਾਰ ਦੇ ਵਿੱਚ ਹੋਇਆ। ਮੈਨੂੰ ਲੱਗਦਾ ਵੀ ਇਹ ਜਿਹੜੇ 36 ਪ੍ਰੋਗਰਾਮ ਅਸੀਂ ਕਹਿ ਰਹੇ ਹਾਂ, 36 ਨਹੀਂ ਰਹਿ ਜਾਣੇ, ਇਹ ਪ੍ਰੋਗਰਾਮ 72 ਹੋਣਗੇ, ਡਬਲ ਹੋਣਗੇ ਪ੍ਰੋਗਰਾਮ, ਕਿਉਂਕਿ ਸੰਗਤਾਂ ਦਾ ਬੜਾ ਉਤਸ਼ਾਹ ਮਿਲ ਰਿਹਾ। ਇੱਕ ਇੱਕ ਇਲਾਕੇ ਦੇ ਵਿੱਚ 2-2, 3-3 ਪ੍ਰੋਗਰਾਮ ਸੰਗਤ ਕਹਿ ਰਹੀ ਹੈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਪ੍ਰਚਾਰ ਕਰੋ। ਜਦੋਂ ਸੰਗਤ ਨੂੰ ਆਪ ਸ਼ੌਂਕ ਜਾਗ ਜਾਵੇ ਪ੍ਰਚਾਰ ਕਰਨ ਦਾ, ਤੇ ਫਿਰ ਪ੍ਰਚਾਰ ਦੀ ਲੜੀ ਮੈਨੂੰ ਨਹੀਂ ਲੱਗਦਾ ਰੁਕੂਗੀ, ਤੇ ਜਾਂ ਸਾਡੀ ਕੌਮ ਕਿਤੇ ਢਹਿੰਦੀ ਕਲਾ ਦੇ ਵਿੱਚ ਨਾ ਤੇ ਕਦੇ ਰਹੀ ਹੈ ਤੇ ਨਾ ਕਦੇ ਰਹੂਗੀ। ਇਹ ਪ੍ਰੋਗਰਾਮ ਹੁਣ ਅਸੀਂ ਭਾਵੇਂ 72 ਹੁਣ ਭਾਵੇਂ 100 ਪ੍ਰੋਗਰਾਮ ਕਰਾਉਣੇ ਪੈਣ, ਦਿੱਲੀ ਕਮੇਟੀ ਵੱਲੋਂ ਆਪਾਂ ਘਰ ਘਰ ਜਾ ਕੇ ਗੁਰੂ ਨਾਨਕ ਦਾ ਸੰਦੇਸ਼ ਜੋ ਗੁਰੂ ਸਾਹਿਬਾਂ ਨੇ ਸਾਨੂੰ ਦਿੱਤਾ ਸੀ, ਇਸ ਨੂੰ ਆਪਾਂ ਘਰ ਘਰ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਇਹਨਾਂ ਪ੍ਰਚਾਰ ਦੀ ਲਹਿਰ ਨੂੰ ਇਸੇ ਤਰ੍ਹਾਂ ਗੁਰੂ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਚੱਲਦੀ ਰਹੇ। ਔਰ ਇਲਾਕਿਆਂ ਦੇ ਵਿੱਚ ਇਹ ਸਮਾਗਮ ਜਿੱਥੇ ਅਸੀਂ ਕਰਾ ਰਹੇ ਹਾਂ, ਸੰਗਤ ਬੜੇ ਉਤਸ਼ਾਹ ਦੇ ਨਾਲ ਆ ਰਹੀ ਹੈ। ਸੰਗਤ ਨੂੰ ਇਸ ਪ੍ਰੋਗਰਾਮਾਂ ਦਾ ਇਹ ਸਭ ਤੋਂ ਵੱਡਾ ਇਹ ਲਾਹਾ ਮਿਲ ਰਿਹਾ ਵੀ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਵਿੱਚ ਕੀ ਉਪਦੇਸ਼ ਦੇ ਗਏ ਨੇ, ਉਚੇਚੇ ਤੌਰ ਤੇ ਸੰਗਤ ਇਸ ਨੂੰ ਸਮਝਣ ਦੇ ਵਾਸਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੀ ਹੈ, ਜਿਸ ਗੱਲ ਦੀ ਆਪਾਂ ਸੰਗਤ ਨੂੰ ਵੀ ਬੜੀ ਵਧਾਈ ਦਿੰਦੇ ਹਾਂ। ਔਰ ਜਿਹੜੀਆਂ ਕਮੇਟੀਆਂ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਨੂੰ ਮੈਨੂੰ ਦਿਓ, ਮੈਨੂੰ ਸਾਡੇ ਇਲਾਕੇ 'ਚ ਕਰਾਓ, ਸਾਡੇ ਇਲਾਕੇ 'ਚ ਕਰਾਓ ਕਰਕੇ ਜਿੱਦ ਕਰ ਰਹੇ ਨੇ, ਉਹਨਾਂ ਪ੍ਰਬੰਧਕਾਂ ਨੂੰ ਮੈਂ ਬੜਾ ਪਿਆਰ ਦਿੰਦਾ ਤੇ ਬੜੀ ਮੈਂ ਵਧਾਈ ਦਿੰਦਾ ਉਹਨਾਂ ਪ੍ਰਬੰਧਕਾਂ ਨੂੰ। ਗੁੱਜਰ ਸਿੱਖ ਫਤਿਹ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਪਾਕਿਸਤਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਲਗਾਤਾਰ ਅਗਵਾ ਕੀਤਾ ਜਾ ਰਿਹਾ, ਉਹਨਾਂ ਦਾ ਧਰਮ ਪਰਿਵਰਤਨ ਕਰਕੇ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ। ਹਾਲ ਹੀ ਦੇ ਵਿੱਚ ਇੱਕ ਮਾਮਲਾ ਆਇਆ ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੋਟਿਸ ਲਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਜੇਪੀ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਿੱਥੇ ਚਿੰਤਾ ਪ੍ਰਗਟਾਈ ਹੈ, ਉੱਥੇ ਹੀ ਜੇਪੀ ਸਿੰਘ ਦੇ ਨਾਲ ਇਹ ਗੱਲਬਾਤ ਕੀਤੀ है ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਘਟਨਾ ਨਾ ਵਾਪਰਨ। जिस तरीके से सारे संसार भर को एक खबर ने निचोड़ के रख दिया कि एक सिख बच्ची जो एक टीचर है उसको केपीके में वहां पर जबरदस्ती उसका निकाह कर दिया गया एक रिक्शा चलाने वाले से, और ऐसे कई केसेस जो पिछले समय से आ रहे हैं कि बच्चियों को अगवा करके उनका धर्म परिवर्तन किया जाता है, उनके साथ निकाह कर दिया जाता है और वहां के लोगों को किस तरीके से दबाव के रखा हुआ है, उसको लेके आज उस चिंता के विषय में हम आज विदेश मंत्रालय को मिले। जेपी सिंह जी ने हमारी बात सुनी और उसके ऊपर वह भी चिंतित थे और जो चिंता प्रकट की एक दूसरे के साथ, उसमें सुनने में आपस में जो डिस्कस करके आया कि इस इशू को इंटरनेशनल ह्यूमन राइट्स की भी तरफ उठाना चाहिए और अलग अलग संस्थाओं को इन्वॉल्व करके इसको ऐसा एक मुद्दा बनाना चाहिए जो संसार भर के लोगों में इसमें जागरूकता है। सो ये जहाँ पर सरकारों की जिम्मेवारी है वहाँ पर हमारी भी बनती है, सो हम इसके ऊपर काम करेंगे। ਗੁੱਜਰ ਸਿੱਖ ਫਤਿਹ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ
ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।